ਗੁਰੂ ਵਾਹਿਗੁਰੂ 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 गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारे जो आपां गुरबाणी गुरु विच गुरु साहिबाना ने भगतां ने गुरसिखां ने सतगुरु गुरु नानक पातशाह ने जो सानू उपदेश बख्शिश कीता है, सानू समझाउंदे भी जे असीं सतगुर दे बचनां नूं सत सत करके मन्नांगे फिर साडा जिहड़ा जीवन है वो सफल हो जाएगा। जिन्हां ने सतगुरां दे चरनां दी धूड़ी नूं अपने मुख नाल लाया वो फिर कूड़ नूं छड्ड दिंदे विचारां नूं ते वो हरि दे नाल लैवला लैंदे परमात्मा दे नाल। उन्हां दा मुख फिर दरगाह दे विच उजल हो जाता है सदा वास्ते। महाराज इसलिए फरमाउंदे सतगुर पग धूड़ जिन्ना मुख लाई तैन कूड़ ते आगे हर लिवलाई। ते हर दरगाह मुख उजल पाई बई जिन्हां ने सतगुरां दे चरनां दी धूड़ी नूं अपने मुख नाल लाया। हुण सतगुर दी धूड़ी की है? सतगुर दी धूड़ी हुंदी सतगुर दे बचन। परमात्मा निरंकार वाहिगुरू उन्हां दे जिहड़ी चरनां दी धूड़ी है परमात्मा दी, उहने नाम परमात्मा दे मुख दी आवाज़ वो परमात्मा दी धूड़ी जिस नूं महाराज कहंदे साजन तेरे चरण की होए रहा सद धूड़। बई साडा मन सदा ही तेरे चरनां दे नाल जुड़िया रहे। तेरे चरनां दी धूड़ी साडे मुख दे उत्ते पैंदी रहे जिहदे नाल साडा मुख उजल हो जावे ते असीं इस कूड़ नूं त्याग दी। परमात्मा दी धूड़ी
ਉਹਨਾਂ ਦੇ ਮੁਖ ਦੀ ਆਵਾਜ਼, ਪਰਮਾਤਮਾ ਦੇ ਚਰਨ ਨਾਮ, ਗੁਰੂਆਂ ਦੀ ਧੂੜੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਧੂੜੀ, ਭਗਤਾਂ ਦੀ ਧੂੜੀ, ਉਹ ਧੂੜੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਸਤ ਕਰਕੇ ਮੰਨਦੇ ਹਾਂ, ਇਹਨਾਂ ਬਚਨਾਂ ਨੂੰ ਕਮਾਉਂਦੇ ਹਾਂ, ਇਹ ਬਚਨਾਂ ਦੀ ਧੂੜੀ ਸਾਡੇ ਉੱਤੇ ਪੈਂਦੀ ਮਨ 'ਤੇ, ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ, ਸਾਡਾ ਮਨ ਸ਼ੁੱਧ ਹੋ ਜਾਂਦਾ। ਇਹ ਵੀ ਧੂੜੀ ਹੈ ਸੰਤਾਂ ਦੇ ਬਚਨ, ਭਗਤਾਂ ਦੇ ਬਚਨ, ਗੁਰੂ ਸਾਹਿਬਾਨਾਂ ਦੇ ਬਚਨ, ਸਾਜ਼ ਸਤ ਸੰਗਤ, ਜਿੱਥੇ ਸੱਚ ਦੇ ਨਾਮ ਦੀ ਮਹਿਮਾ ਹੁੰਦੀ। ਹੁਣ ਇਹਨੂੰ ਵੀ ਧੂੜੀ ਕਹਿੰਦੇ ਬਚਨਾਂ। ਜੇ ਹੁਣ ਅਸੀਂ ਇਹ ਬਚਨਾਂ ਦੀ ਧੂੜੀ ਲਵਾਂਗੇ, ਇਹਦੇ ਨਾਲ ਸਾਡਾ ਜਿਹੜਾ ਮਨ ਵਿਚਾਰਾਂ ਦੇ ਵਿੱਚ ਮੈਲਾ ਹੋ ਚੁੱਕਿਆ, ਭਰਮ ਦੇ ਵਿੱਚ ਜਾ ਚੁੱਕੀ, ਇਹ ਪਾਪੀ ਹੋ ਚੁੱਕੇ, ਅਤੇ ਪਾਪੀ ਦੀ ਵੀ ਗਤੀ ਹੋ ਜਾਂਦੀ। ਆਈਓ ਮਹਾਰਾਜ ਕਹਿੰਦੇ ਵੀ ਐਸੇ ਗੁਰਸਿੱਖਾਂ ਦੀ ਸਾਨੂੰ ਧੂੜੀ ਮਿਲ ਜੀ। ਫਰਮਾਉਂਦੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਏ। ਉਹ ਗੁਰਸਿੱਖਾਂ ਦੀ ਧੂੜੀ ਹੁੰਦੀ ਉਹਨਾਂ ਦੇ ਬਚਨ, ਵੀ ਉਹ ਬਚਨਾਂ ਦੀ ਧੂੜੀ ਜਦੋਂ ਸਾਡੇ ਉੱਤੇ ਪਏਗੀ ਤਾਂ ਸਾਡੇ ਮਨ ਦੀ ਮੈਲ ਉਤਰੇਗੀ। ਹੁਣ ਇਸੇ ਤਰ੍ਹਾਂ ਹੀ ਸਾਧੂਆਂ ਦੇ ਬਚਨ, ਸੰਤਾਂ ਦੇ ਬਚਨ, ਉਹ ਬਚਨ ਜਦੋਂ ਅਸੀਂ ਸੁਣਦੇ ਹਾਂ, ਉਹਦੇ ਨਾਲ ਸਾਡੇ ਮਨ ਦਾ ਇਸ਼ਨਾਨ ਹੁੰਦਾ, ਸਾਡਾ ਮਨ ਧੋਤਾ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਈ ਸੁਣ ਸਭਨਾਂ ਨੂੰ ਕਰ ਦਾਨ। ਵੀ ਸਾਧੂਆਂ ਦੇ ਬਚਨਾਂ ਦੀ ਧੂੜੀ ਲਵ, ਧੂੜੀ ਨਾਲ ਇਸ਼ਨਾਨ ਕਰ, ਸਾਡੇ ਮਨ ਦੀ ਮੈਲ ਉਤਰ ਜੇਗੀ। ਹੁਣ ਇਸੇ ਵਰਦਾਈ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਇਹ ਧੂੜੀ ਨੂੰ ਮੁੱਖ ਦੇ ਉੱਤੇ ਲਾਇਆ, ਜਿਨ੍ਹਾਂ ਦੇ ਇਹ ਧੂੜੀ ਪਈ, ਜਿਨ੍ਹਾਂ ਨੇ ਧੂੜੀ ਨੂੰ ਲਿਆ, ਫਿਰ ਉਹਨਾਂ ਨੇ ਕੂੜ ਨੂੰ, ਤ੍ਰੈ ਗੁਣਾਂ ਨੂੰ, ਮਾਇਆ ਨੂੰ ਛੱਡ ਦਿੱਤਾ ਅਤੇ ਪਰਮਾਤਮਾ ਦੇ ਨਾਲ, ਸੱਚ ਨਾਲ ਉਹਨਾਂ ਨੇ ਲਿਵ ਲਾ ਲਈ। ਫਿਰ ਉਹਨਾਂ ਵਰਤਾਏ ਮਹਾਰਾਜ ਕਹਿੰਦੇ, ਸਤਿਗੁਰ ਧੂੜ ਜਿਨ੍ਹਾਂ ਮੁਖ ਲਾਈ, ਤਿੰਨ ਕੂੜ ਤੇ ਆਗੇ ਹਰ ਲਿਵ ਲਾਈ। ਵੀ ਉਹਨਾਂ ਨੇ, ਜਿਨ੍ਹਾਂ ਨੇ ਸਤਿਗੁਰ ਦੀ ਧੂੜੀ ਮੁੱਖ 'ਤੇ ਲਾਈ। ਧੂੜੀ ਕੀ ਉਹਨਾਂ ਦੇ ਬਚਨ, ਇਹ ਨਹੀਂ ਵੀ ਧੂੜੀ ਮਿੱਟੀ। ਇੱਕ ਤਾਂ ਜੀਵ ਸਮਝਦਾ ਨਾ ਵੀ ਧੂੜੀ ਵੀ ਚਰਨਾਂ ਦੀ, ਵੀ ਪੈਰਾਂ ਦੀ ਮਿੱਟੀ। ਇਹ ਪੈਰਾਂ ਦੀ ਮਿੱਟੀ ਨਹੀਂ, ਚਰਨਾਂ ਦੀ, ਇਹ ਹੁੰਦੀ ਬਚਨਾਂ ਦੀ ਧੂੜੀ। ਜਦੋਂ ਬਚਨਾਂ ਦੀ ਧੂੜੀ ਅਸੀਂ ਲਵਾਂਗੇ, ਉਹਦੇ ਨਾਲ ਕੂੜ ਨੇ ਤਿਆਗਿਆ ਜਾਣਾ, ਨਹੀਂ ਤਾਂ ਤਿਆਗਿਆ ਨਹੀਂ ਜਾਂਦਾ ਕੂੜ, ਨਹੀਂ ਤਾਂ ਛੱਡਿਆ ਨਹੀਂ ਜਾਂਦਾ। ਆਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ, ਇਹਨਾਂ ਬਚਨਾਂ ਨੂੰ ਸਤ ਕਰਕੇ ਮੰਨੋ। ਫਰਮਾਉਂਦੇ ਨੇ, ਸਤਿਗੁਰ ਕੀ ਬਾਣੀ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਸਤ ਕਰਕੇ ਮੰਨਾਂਗੇ, ਸਤਿਗੁਰਾਂ ਦੀ ਧੂੜੀ ਅਸੀਂ ਮੁੱਖ ਨਾਲ ਲਾਵਾਂਗੇ, ਬਚਨਾਂ ਨੂੰ ਅਸੀਂ ਹਿਰਦੇ 'ਚ ਵਸਾਵਾਂਗੇ, ਅਤੇ ਸਾਡਾ ਪਾਰ ਉਤਾਰਾ ਹੋ ਜਾਏਗਾ, ਅਸੀਂ ਜੀਵਨ ਦਾ ਲਾਹਾ ਕੱਟ ਲਾਂਗੇ।
ਹੁਣ ਜਿਹੜੀ ਕਹਾਣੀ ਹੈ ਸਾਰੀ ਬਚਨ ਮੰਨਣ ਤੇ ਖੜੀ ਬਈ ਅਸੀਂ ਕਿੰਨਾ ਕੁ ਗੁਰੂ ਦਾ ਬਚਨ ਹੈ ਜਿਹੜਾ ਬਚਨ ਕਮਾਉਂਦੇ ਹਾਂ, ਬਚਨ ਮੰਨਦੇ। ਜੇ ਤਾਂ ਅਸੀਂ ਬਚਨ ਮੰਨਾਂਗੇ, ਕਮਾਵਾਂਗੇ ਤੇ ਸਾਡੇ ਅੰਦਰ ਬਦਲਾਅ ਆਏਗਾ, ਸਾਡਾ ਮਨ ਬਦਲੇਗਾ, ਸਾਡੀ ਮੈਲ ਉਤਰੇਗੀ। ਜੇ ਅਸੀਂ ਬਚਨ ਨਹੀਂ ਮੰਨਾਂਗੇ, ਨਹੀਂ ਕਮਾਵਾਂਗੇ, ਸਾਡੇ ਮਨ ਦੀ ਜਿਹੜੀ ਅਵਸਥਾ ਉਹ ਬਦਲੇਗੀ ਨਹੀਂ। ਸਾਡੇ ਅੰਦਰੋਂ ਜਿਹੜਾ ਵੈਰ ਵਿਰੋਧ ਹੋ ਜਾਏਗਾ ਨਹੀਂ, ਈਰਖਾ ਨਫ਼ਰਤ ਜਾਏਗੀ ਨਹੀਂ। ਮਹਾਰਾਜ ਫਿਰ ਇਸ ਲਈ ਦੱਸਦੇ ਵੀ ਜਿਹੜੀ ਅਸੀਂ ਸੇਵਾ ਕਰਦੇ ਹਾਂ ਜਾਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਜਾਂ ਸਿਮਰਨ ਕਰਦੇ ਹਾਂ, ਇਸ ਵਾਸਤੇ ਵੀ ਸਾਡਾ ਮਨ ਸ਼ੁੱਧ ਹੋਵੇ, ਸਾਡਾ ਮਨ ਧੋਤਾ ਜਾਵੇ। ਜੇ ਹੁਣ ਜੀਵ ਸੇਵਾ ਵੀ ਕਰਦਾ ਹੈ, ਬਾਣੀ ਵੀ ਪੜ੍ਹਦਾ ਹੈ, ਪਰ ਜੇ ਅੰਦਰੋਂ ਵੈਰ ਵਿਰੋਧ ਨਹੀਂ ਗਿਆ, ਜਿਹੜੀ ਪਰਾਈ ਨਿੰਦਿਆ ਸੀ ਜੇ ਉਹ ਅਸੀਂ ਮੁੱਖ ਤੋਂ ਛੱਡੀ ਨਹੀਂ, ਸਾਡਾ ਮਨ ਤਾਂ ਫਿਰ ਸ਼ੁੱਧ ਹੀ ਨਾ ਹੋਇਆ, ਧੋਤਾ ਨਾ ਗਿਆ। ਫਿਰ ਮਹਾਰਾਜ ਕਹਿੰਦੇ ਵੀ ਸੇਵਾ ਕੀਤੀ ਦਾ ਕੀ ਫਾਇਦਾ ਹੋਇਆ, ਵੀ ਉਹ ਤਾਂ ਸਾਰਾ ਵਿਅਰਥ ਹੀ ਚਲਾ ਗਿਆ ਕੀਤਾ ਹੋਇਆ, ਕਿਉਂਕਿ ਮਨ ਤਾਂ ਧੋਤਾ ਹੀ ਨਾ ਗਿਆ। ਫਰਮਾਉਂਦੇ ਨੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੋਟੀ, ਨਿਫਲ ਪਈ ਸਭ ਸੇਵਾ। ਬਈ ਪਰਾਈ ਨਿੰਦਿਆ ਮੁਖ ਤੋਂ ਛੱਡੀ ਕੋਈ ਨਹੀਂ, ਵੈਰ ਵਿਰੋਧ ਛੱਡਿਆ ਕੋਈ ਨਹੀਂ, ਤੇ ਮਹਾਰਾਜ ਕਹਿੰਦੇ ਸੇਵਾ ਤਾਂ ਨਿਫਲ ਹੀ ਹੋ ਗਈ। ਸੇਵਾ ਇਸ ਵਾਸਤੇ ਕੀਤੀ ਜਾਂਦੀ ਵੀ ਸਾਡਾ ਮਨ ਸ਼ੁੱਧ ਹੋਵੇ, ਸਾਡਾ ਮਨ ਧੋਤਾ ਜਾਵੇ। ਹੁਣ ਸੱਚੇ ਪਾਤਸ਼ਾਹ ਕਹਿੰਦੇ ਮਨ ਤਾਂ ਧੋਤਾ ਜਾਣਾ ਜੇ ਅਸੀਂ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲਵਾਂਗੇ, ਮੁੱਖ ਤੇ ਲਾਵਾਂਗੇ, ਸਤਿਗੁਰਾਂ ਦੇ ਚਰਨਾਂ ਦੀ ਧੂੜੀ ਸਾਡੇ ਹਿਰਦੇ ਤੇ ਪਏਗੀ। ਜੇ ਅਸੀਂ ਗੁਰਬਾਣੀ ਗੁਰੂ ਨੂੰ ਧਿਆਨ ਦੇ ਨਾਲ ਸੁਣਾਂਗੇ, ਜਦੋਂ ਅਸੀਂ ਸੁਣਦੇ ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ, ਇਹ ਅੰਮ੍ਰਿਤਮਈ ਬਾਣੀ ਸਾਡੇ ਹਿਰਦੇ ਨੂੰ, ਸਾਡੇ ਮਨ ਨੂੰ ਸ਼ੁੱਧ ਕਰ ਦਿੰਦੀ, ਸਾਡਾ ਮਨ ਧੋਤਾ ਜਾਂਦਾ। ਮਹਾਰਾਜ ਦਾਈਆਂ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਕਿ ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ। ਸਤਿਗੁਰਾਂ ਦੇ ਬਚਨਾਂ ਦੀ ਧੂੜੀ ਜਦੋਂ ਅਸੀਂ ਲਵਾਂਗੇ ਤੇ ਫਿਰ ਸਾਡਾ ਮਨ ਧੋਤਾ ਜਾਣਾ। ਜੇ ਹੁਣ ਅਸੀਂ ਉਹਦਾ ਸੇਵਾ ਵੀ ਕਰਦੇ ਹਾਂ, ਸਤਿਗੁਰਾਂ ਦੀ ਧੂੜੀ ਲੈਂਦੇ ਨਹੀਂ, ਬਚਨ ਸੁਣਦੇ ਨਹੀਂ, ਬਈ ਗੁਰਬਾਣੀ ਗੁਰੂ ਸਾਨੂੰ ਕੀ ਕਹਿ ਰਹੇ, ਕੀ ਉਪਦੇਸ਼ ਕਰਦੇ, ਉਹ ਉਪਦੇਸ਼ ਨੂੰ ਸੁਣਦੇ ਨਹੀਂ, ਉਹ ਬਚਨਾਂ ਦੀ ਧੂੜੀ ਸਾਡੇ ਉੱਤੇ ਪੈਂਦੀ ਨਹੀਂ, ਫਿਰ ਸਾਡਾ ਜਿਹੜਾ ਮਨ ਉਹ ਧੋਤਾ ਨਹੀਂ ਜਾਂਦਾ, ਫਿਰ ਉਹ ਸ਼ੁੱਧ ਨਹੀਂ ਹੋ ਸਕਦਾ, ਫਿਰ ਮਨ ਮੈਲਾ ਰਹਿੰਦਾ। ਤੇ ਮਹਾਰਾਜ ਕਹਿੰਦੇ ਜੇ ਮਨ ਮੈਲਾ ਹੈ ਫਿਰ ਸਮਝੋ ਸਾਰਾ ਕੁਛ ਹੀ ਮੈਲਾ। ਤਨ ਨੂੰ ਧੋਣ ਦੇ ਨਾਲ ਮਨ ਨਹੀਂ ਧੋਤਾ ਜਾਂਦਾ। ਫਰਮਾਉਂਦੇ ਨੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਈ, ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੇ ਕੋਈ। ਸਤਿਗੁਰੂ ਕਹਿੰਦੇ ਵੀ ਜਗਤ ਐਸਾ ਭਰਮ 'ਚ ਭੁੱਲਾ ਹੈ ਵੀ ਇਹ ਤਨ ਨੂੰ ਤਾਂ ਨਮਾਈ ਜਾਂਦਾ, ਤਨ ਨੂੰ ਸੋਚਿਆ ਕਰੀ ਜਾਂਦਾ, ਪਰ ਜਿਹੜਾ ਮਨ ਹੈ ਮਨ ਨੂੰ ਧੋਂਦਾ ਨਹੀਂ। ਤੇ ਜੇ ਮਨ ਮੈਲਾ ਹੈ ਤੇ ਫਿਰ ਸਾਰਾ ਕੁਛ ਹੀ ਮੈਲਾ। ਤਨ ਨੂੰ ਧੋਣ ਦੇ ਨਾਲ ਮਨ ਤਾਂ ਧੋਤਾ ਨਹੀਂ ਜਾਂਦਾ। ਤਾਂਹੀਓ ਫਿਰ ਸਾਨੂੰ ਸਮਝਾਉਂਦੇ ਵੀ ਜੇ ਸਾਡੀ ਇਹੋ ਹਾਲਤ ਰਹੀ ਬਈ ਅਸੀਂ ਬਾਹਰੋਂ ਤਾਂ ਤਨ ਨੂੰ ਤਾਂ ਸਰੀਰ ਨੂੰ ਤਾਂ ਬਾਹਰੋਂ ਨਮਾ ਧਵਾ ਲਿਆ, ਸੋਹਣੇ ਕੱਪੜੇ ਪਾ ਲਏ, ਪਰ ਅੰਦਰ ਜਿਹੜਾ ਮਨ ਹੈ ਉਹ ਮਨ ਮੈਲਾ, ਫਿਰ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਜਾਵਾਂਗੇ। ਮਹਾਰਾਜ ਫਰਮਾਉਂਦੇ ਜੀਉ ਮੈਲੇ ਬਾਹਰੋਂ ਨਿਰਮਲ,
ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰੇ। ਵੀ ਉਹਨਾਂ ਨੇ ਜਨਮ ਨੂੰ ਹਾਰ ਜਾਣ ਜਿਨ੍ਹਾਂ ਦਾ ਮਨ ਮੈਲਾ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਮਨ ਨੂੰ ਸ਼ੁੱਧ ਕਰੋ, ਮਨ ਨੂੰ ਧੋਵੋ, ਅਤੇ ਮਨ ਨੇ ਧੋਤਾ ਜਾਣਾ ਗੁਰੂ ਦੇ ਬਚਨਾਂ ਦੁਆਰਾ। ਮਨ ਨੇ ਧੋਤਾ ਜਾਣਾ ਗੁਰੂ ਦੀ ਮੱਤ ਦੁਆਰਾ ਅਤੇ ਸਿਮਰਨ ਦੁਆਰਾ। ਜੇ ਅਸੀਂ ਸਿਮਰਨ ਅਭਿਆਸ ਕਰਾਂਗੇ, ਸਤ ਸੰਗਤ ਕਰਾਂਗੇ, ਫਿਰ ਮਨ ਧੋਤਾ ਜਾਣਾ, ਨਹੀਂ ਤਾਂ ਧੋਤਾ ਨਹੀਂ ਜਾਂਦਾ। ਔਰ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਸਤ ਸੰਗਤ ਤੋਂ ਬਿਨਾਂ ਜਿਹੜਾ ਮਨ ਹੈ ਧੋਤਾ ਨਹੀਂ ਜਾਂਦਾ, ਮੈਲ ਦੇ ਨਾਲ ਭਰਿਆ ਰਹਿੰਦਾ। ਅਤੇ ਬਿਨਾਂ ਭਾਗਾਂ ਤੋਂ ਸਾਨੂੰ ਇਹ ਸਤ ਸੰਗਤ ਲੱਭਦੀ ਨਹੀਂ, ਸਾਨੂੰ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਤਾਈਓ ਫਰਮਾਉਂਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਵੀ ਸਤ ਸੰਗਤ ਤੋਂ ਬਿਨਾਂ ਇਹ ਮਨ ਹੈ ਜਿਹੜਾ ਮੈਲ ਦੇ ਨਾਲ ਭਰਿਆ ਪਿਆ। ਔਰ ਜਿਹੜੇ ਤਾਂ ਫਿਰ ਗੁਰਮੁਖ ਸਤ ਸੰਗਤ 'ਚ ਆਉਂਦੇ ਉਹਨਾਂ ਨੂੰ ਕਹਿੰਦੇ ਵੱਡੇ ਭਾਗਾਂ ਵਾਲੇ, ਵਡਭਾਗੀ। ਜਿਹੜੇ ਸਤ ਸੰਗਤ ਤੋਂ ਬਾਹਰੀ ਨੇ ਉਹਨਾਂ ਨੂੰ ਕਹਿੰਦੇ ਨਾ ਭਾਗੇ, ਭਾਗਾਂ ਤੋਂ ਹੀ ਨੇ ਜਮਾਂ ਦੇ ਵਸ। ਮਾਰੇ ਤਾਈਓ ਫਰਮਾਉਂਦੇ ਵਡਭਾਗੀ ਸਤ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ। ਵੀ ਜਿਹੜੇ ਭਾਗਾਂ ਤੋਂ ਹੀ ਨੇ ਭਰਮ ਦੇ ਵਿੱਚ ਫਿਰ ਉਹਨਾਂ ਦੀ ਚੋਟਾਂ ਹੀ ਪੈਂਦੀ, ਫਿਰ ਉਹਨਾਂ ਨੂੰ ਜਮਾਂ ਦੀ ਮਾਰ ਸਹਿਣੀ ਪੈਂਦੀ। ਇਸ ਲੋਕ 'ਚ ਵੀ ਦੁਖੀ, ਅਤੇ ਜਦੋਂ ਦੇਹ ਛੱਡਦੇ ਫਿਰ ਉਦੋਂ ਹੋਰ ਦੁੱਖ, ਫਿਰ ਸਜ਼ਾ ਦੇ ਕੇ ਫਿਰ ਹੋਰ ਜੂਨ 'ਚ ਪਾ ਦਿੰਦੇ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਹੁਣ ਸਾਡੇ ਕੋਲ ਮੌਕਾ, ਹੁਣ ਵਾਰੀ। ਪਿਛਲੇ ਜਨਮਾਂ ਦੇ ਵਿੱਚ ਤਾਂ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ ਹੀ ਆ ਰਹੇ ਹਾਂ, ਕਿਉਂਕਿ ਸਾਨੂੰ ਮੌਕਾ ਨਹੀਂ ਸੀ, ਸਾਨੂੰ ਵਾਰੀ ਨਹੀਂ ਸੀ। ਹੋਰ ਕਿਸੇ ਆਕਾਰ ਦੇ ਵਿੱਚ ਇਹ ਮੌਕਾ ਦਿੱਤਾ ਨਹੀਂ ਜਾਂਦਾ। ਜੇ ਸਾਨੂੰ ਮਾਨਸ ਜਾਮਾ ਮਿਲ ਵੀ ਜਾਂਦਾ ਹੈ, ਸਾਨੂੰ ਪੂਰਨ ਗੁਰੂ ਨਾ ਮਿਲੇ, ਸਾਨੂੰ ਸਤ ਸੰਗਤ ਨਾ ਮਿਲੇ, ਅਤੇ ਅਸੀਂ ਫਿਰ ਜੀਵਨ ਦੀ ਬਾਜੀ ਨੂੰ ਹਾਰ ਜਾਂਦੇ। ਮਹਾਰਾਜ ਤਾਈਓ ਫਰਮਾਉਂਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ। ਬਈ ਬਹੁਤੇ ਯੁੱਗ ਅਸੀਂ ਇਹ ਖੇਲ ਨੂੰ ਹਾਰਦੇ ਰਹੇ, ਹੋਰਾਂ ਆਕਾਰਾਂ ਦੇ ਵਿੱਚ ਹਾਰੀ ਜਾਂਦੇ। ਹੁਣ ਸਾਨੂੰ ਮਾਨਸ ਜਾਮਾ ਮਿਲਿਆ, ਅਤੇ ਹੁਣ ਫਿਰ ਸਾਨੂੰ ਕਹਿੰਦੇ ਵੀ ਕਿਉਂ ਨਹੀਂ ਤੁਸੀਂ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲੈਂਦੇ, ਹੁਣ ਕਿਉਂ ਨਹੀਂ ਤੁਸੀਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦੇ, ਹੁਣ ਕਿਉਂ ਨਹੀਂ ਸਿਮਰਨ ਕਰਦੇ। ਮਹਾਰਾਜ ਫਰਮਾਉਂਦੇ ਕਹੋ ਨਾਨਕ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ। ਬਈ ਹੁਣ ਵਾਰੀ ਹੈ, ਹੁਣ ਮੌਕਾ ਇਹ ਮਾਨਸ ਜਾਮੇ ਵਿੱਚ ਸਾਨੂੰ ਦਿੱਤਾ ਜਾਂਦਾ ਬੜੇ ਚਿਰਾਂ ਬਾਅਦ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ ਫਿਰ ਚਰਨ ਕਾਲ ਇਹੋ ਦੇ ਸੰਜਰੀ। ਬਈ ਬੜੇ ਚਿਰਾਂ ਬਾਅਦ ਸਾਨੂੰ ਹੁਣ ਇਹ ਮਾਨਸ ਜਾਮਾ ਮਿਲੇ, ਪਰਮਾਤਮਾ ਨੂੰ ਮਿਲਣ ਵਾਸਤੇ ਅਤੇ ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ। ਵੀ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਸਾਡਾ ਆਪਣਾ ਸਰੂਪ ਕੀ ਹੈ। ਸਾਨੂੰ ਫਿਰ ਗੁਰਬਾਣੀ ਗੁਰੂ ਵਿੱਚ ਸਾਡੀ ਆਪਣੇ ਆਪੇ ਦੀ ਪਹਿਚਾਣ ਕਰਾਈ ਜਾਂਦੀ। ਮਹਾਰਾਜ ਸਾਨੂੰ ਸਮਝਾਉਂਦੇ ਵੀ ਤੁਸੀਂ ਜੋਤ ਸਰੂਪ ਹੋ, ਤੁਸੀਂ ਪ੍ਰਕਾਸ਼ ਰੂਪ ਹੋ। ਫਰਮਾਉਂਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਜੋਤ ਸਰੂਪ। ਇਹ ਜੋ ਸਾਡਾ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਉਹ ਵੀ ਜੋਤ ਸਰੂਪ ਹੈ, ਉਹ ਵੀ ਪ੍ਰਕਾਸ਼ ਰੂਪ ਹੈ।
ਤੇ ਆਪਾ ਪਰਮਾਤਮਾ ਦਾ ਹੀ ਰੂਪ ਆਪਦੇ ਮਾਤਾ ਪਿਤਾ ਵਰਗੀ। ਹੁਣ ਆਪਾਂ ਨੂੰ ਫਿਰ ਤਾਈਓ ਸਮਝਾਉਂਦੇ ਵੀ ਸਾਡੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ ਹੈ। ਫਰਕ ਓਨਾ ਸਮਾਂ ਜਿੰਨਾ ਸਮਾਂ ਸਾਨੂੰ ਆਪਣੇ ਆਪੇ ਦੀ ਪਹਿਚਾਣ ਨਹੀਂ ਵੀ ਅਸੀਂ ਕੌਣ। ਜਿਸ ਦਿਨ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਏਗੀ, ਉਸ ਦਿਨ ਸਾਡੇ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਮਹਾਰਾਜ ਫਰਮਾਉਂਦੇ ਨੇ, ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਨਾਸੀ। ਵੀ ਜਿੱਦਣ ਗੁਰਮੁਖਾਂ ਨੂੰ ਆਪਣੇ ਆਪੇ ਦੀ ਪਹਿਚਾਣ ਆ ਗਈ ਤੇ ਮਾਲਕ ਤੇ ਗੁਰਮੁਖਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਕੋਈ ਅੰਤਰ ਨਹੀਂ ਰਹਿ ਜਾਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤੁਸੀਂ ਵੀ ਜੋ ਸਰੂਪ ਹੋ ਤੇ ਮਾਲਕ ਵੀ ਜੋ ਸਰੂਪ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਤੁਸੀਂ ਪਹਿਚਾਣ ਕਰੋ, ਤੇ ਗੁਰਬਾਣੀ ਗੁਰੂ ਵਿੱਚ ਹੁਣ ਆਪਾਂ ਨੂੰ ਜਾਣ ਪਹਿਚਾਣ ਕਰਾਈ ਪਰਮਾਤਮਾ ਦੀ, ਕਿਉਂਕਿ ਮਾਲਕ ਨੂੰ ਕੋਈ ਸਿੱਧਾ ਨਹੀਂ ਜਾਣ ਸਕਦਾ। ਉਹ ਦੇਖੇ ਸੂਖਮ ਹੈ। ਹੁਣ ਜਿਨ੍ਹਾਂ ਦੇ ਪੂਰੇ ਪ੍ਰਸੰਨ ਹੁੰਦੇ ਉਹਨਾਂ ਨੂੰ ਆਪਣਾ ਆਪਾ ਬੁਝਾਉਂਦੇ, ਆਪਣਾ ਆਪਾ ਜਣਾਉਂਦੇ, ਫਿਰ ਉਹ ਗੁਰਮੁਖ ਆਪਾਂ ਨੂੰ ਅੱਗੇ ਦੱਸਦੇ ਵੀ ਇੱਧਰ ਅਸੀਂ ਜੋ ਤ੍ਰੈ ਗੁਣਾਂ ਦੇ ਵਿੱਚ ਮਾਇਆ ਦੇ ਰੰਗ ਦੇਖਦੇ, ਪਰਮਾਤਮਾ ਇਹਨਾਂ ਰੰਗਾਂ ਤੋਂ ਵੱਖਰਾ। ਮਹਾਰਾਜ ਫਰਮਾਉਂਦੇ, ਰੂਪ ਨਾ ਰੇਖ ਨਾ ਰੰਗ ਕਿਛ, ਤੈ ਗੁਣ ਤੇ ਪ੍ਰਭ ਭੈਨਾ, ਇਸੇ ਵਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਜਿਨ੍ਹਾਂ ਦੇ ਪੂਰੇ ਪ੍ਰਸੰਨ ਹੋਏ ਨੇ ਉਹਨਾਂ ਨੂੰ ਆਪਣਾ ਆਪਾ ਜਨਾਇਆ, ਆਪਣਾ ਆਪਾ ਬੁਝਾਇਆ। ਫਿਰ ਉਹਨਾਂ ਗੁਰਮੁਖਾਂ ਨੇ ਆਪਾਂ ਨੂੰ ਭੇਦ ਦਿੱਤਾ ਵੀ ਮਾਲਕ ਦਾ ਕੋਈ ਰੂਪ ਰੰਗ, ਕੋਈ ਰੇਖ ਭੇਖ, ਕੋਈ ਉਹਦੀ ਜਾਤ ਪਾਤ ਨਹੀਂ। ਉਹ ਨਰੋਲ ਪ੍ਰਕਾਸ਼, ਜੋ ਆਪਾਂ ਨੂੰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਚਕਰ ਚਿਹਨ ਔਰ ਵਰਨ ਜਾਤ ਔਰ ਪਾਤ ਨਹਿਨ ਜੀ, रूप रंग और रेख भेख कहू कह न सकत के, चल मूरत अनुभव प्रकाश अमतोज कहीच। बई जो साडा माता पिता है उहदा कोई चक्कर चेन, उहदी कोई वर्ण जात नहीं, वो नरोल प्रकाश। ते आपां नूं कहंदे भी तुसीं भी जो स्वरूप हो, तुसीं भी प्रकाश। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਡਾ ਮਾਤਾ ਪਿਤਾ ਸਾਡਾ ਮੂਲ ਹੈ, ਮਨ ਨੂੰ ਕਹਿੰਦੇ ਵੀ ਤੂੰ ਆਪਦੇ ਮੂਲ ਦੀ ਪਹਿਚਾਣ ਕਰ ਤੇ ਆਪਣੇ ਆਪੇ ਦੀ ਪਹਿਚਾਣ ਕਰ ਵੀ ਤੂੰ ਕੀ ਹੈ। ਤੇ ਇਹਨੂੰ ਫਿਰ ਸਮਝਾਉਂਦੇ ਵੀ ਤੂੰ ਹੈ ਕੀ ਹੈ। ਤਾਂ ਮਾਰੇ ਫਰਮਾਉਂਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਬਈ ਜਿਹਨੇ ਸਾਨੂੰ ਪੈਦਾ ਕੀਤਾ ਉਹ ਸਾਤੋਂ ਕੋਈ ਦੂਰ ਨਹੀਂ ਹੈ, ਸਾਡੇ ਨਾਲ ਹੀ। ਅਸੀਂ ਉਹਦੇ ਵਿੱਚ ਹੀ ਵਸਦੇ, ਉਹ ਸਾਡੇ ਵਿੱਚ ਵਸਦਾ, ਅਸੀਂ ਉਹਦੇ 'ਚ ਵਸਦੇ। ਬਈ ਆਵਾ ਤੋਂ ਕੋਈ ਮਾਲਕ ਦੂਰ ਨਹੀਂ। ਇਹ ਜਿਹੜਾ ਸਰੀਰ ਹੈ, ਇਸ ਸਰੀਰ ਨੂੰ ਤਨ ਕਹਿੰਦੇ, ਪਰਮਾਤਮਾ ਵਾਹਿਗੁਰੂ ਨੂੰ ਹਰ ਕਹਿੰਦੇ। ਤੇ ਆਵਾਂ ਨੂੰ ਸਮਝਾਉਂਦੇ, ਹਰ ਮੇਂ ਤਨ ਹੈ, ਤਨ ਮੇਂ ਹਰ ਹੈ, ਸਰਬ ਨਿਰੰਤਰ ਸੋਈ ਰੇ। ਵੀ ਅਸੀਂ ਹਰੀ ਦੇ ਵਿੱਚ ਹਾਂ, ਉਹ ਸਾਡੇ ਚਾਰ ਛਪੇਰੇ ਮੌਜੂਦ ਹੈ। ਇਹ ਤਨ ਹਰੀ ਦੇ ਵਿੱਚ, ਹਰ ਮੇਂ ਤਨ ਹੈ, ਤਨ ਮੇਂ ਹਰ ਹੈ। ਵੀ ਸਾਡੇ ਅੰਦਰ ਵੀ ਉਹਦੀ ਜੋਤ ਹੈ ਤੇ ਬਾਹਰ ਵੀ ਚਾਰ ਛਪੇਰੇ ਉਹੀ। ਪਰਮਾਤਮਾ ਨੂੰ ਬ੍ਰਹਮ ਕਹਿ ਦਿੱਤਾ ਤੇ ਆਪਾਂ ਨੂੰ ਜਨ ਕਹਿ ਦਿੱਤਾ। ਇਹ ਮਾਰੇ ਫਰਮਾਉਂਦੇ, ਬ੍ਰਹਮੇ ਜਨ, ਜਨਮੇ ਭਾਰ ਬ੍ਰਹਮ, ਏਕ ਏਕ ਨਾਹੀ ਕਿਛ ਪਰ। ਵੀ ਉਹ ਮਾਲਕ ਹੀ ਹੈ, ਅੰਦਰ ਬਾਹਰ ਉਹੀ ਹੋ। ਫਿਰ ਪਰਮਾਤਮਾ ਐਡਾ ਵੱਡਾ ਬੇਅੰਤ ਹੈ, ਉਹਨੂੰ ਸਾਗਰ ਕਹਿ ਦਿੱਤਾ।
ਆਪਾਂ ਛੋਟੇ ਜਿਹੇ ਆਪਾਂ ਨੂੰ ਨਿੱਕੀ ਜਿਹੀ ਬੂੰਦ ਕਹਿ ਦਿੱਤੀ, ਇਹ ਆਪਾਂ ਨੂੰ ਸਮਝਾਉਂਦੇ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਵੀ ਅਸੀਂ ਉਹਦੇ ਵਿੱਚ ਹਾਂ, ਸਾਡੇ ਵਿੱਚ ਮਾਲਕ। ਪਰਮਾਤਮਾ ਨੂੰ ਪੁਰਖ ਕਹਿ ਦਿੱਤਾ ਤੇ ਆਪਾਂ ਨੂੰ ਸਾਰਿਆਂ ਨੂੰ ਉਸ ਇੱਕੋ ਪੁਰਖ ਦੀਆਂ ਨਾਰਾਂ ਕਹਿ ਦਿੱਤਾ, ਸਾਡੀਆਂ ਜਿਹੜੀਆਂ ਸੁਰਤੀਆਂ ਸਾਡੇ ਮਨ। ਹੁਣ ਮਹਾਰਾਜ ਕਹਿੰਦੇ ਵੀ ਪੁਰਖ ਇੱਕੋ ਹੀ ਹੈ, ਬਾਕੀ ਸਾਰੀਆਂ ਉਸ ਇੱਕੋ ਪੁਰਖ ਦੀਆਂ ਨਾਰਾਂ। ਇਸ ਜੱਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਵੀ ਪੁਰਖ ਇੱਕੋ ਹੀ ਹੈ, ਬਾਕੀ ਸਾਰੀਆਂ ਉਸ ਇੱਕੋ ਪੁਰਖ ਦੀਆਂ ਨਾਰਾਂ, ਸਾਡੀਆਂ ਸੁਰਤੀਆਂ, ਸਾਡੇ ਮਨ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਪੁਰਖ ਦੇ ਵਿੱਚ ਨਾਰ ਹੈ ਅਤੇ ਨਾਰ ਦੇ ਵਿੱਚ ਪੁਰਖ। ਵੀ ਜੇ ਤੁਸੀਂ ਆਪਦੇ ਆਪ ਨੂੰ ਗਿਆਨੀ ਸਮਝਦੇ ਵੀ ਫਿਰ ਤੁਸੀਂ ਇਹ ਬੁਝਾਰਤ ਸਾਨੂੰ ਪਾਈ ਵੀ ਤੁਸੀਂ ਬੁੱਝੋ। ਮਹਾਰਾਜ ਫਰਮਾਉਂਦੇ ਪੁਰਖ ਮੇਂ ਨਾਰ, ਨਾਰ ਮੇਂ ਪੁਰਖਾ, ਬੁਝੋ ਬ੍ਰਹਮ ਗਿਆਨੀ, ਧੁਨ ਮੇਂ ਧਿਆਨ, ਧਿਆਨ ਮੇਂ ਜਾਣਿਆ, ਗੁਰਮੁਖ ਕਥ ਕਹਣ। ਹੁਣ ਆਪਾਂ ਨੂੰ ਕਹਿੰਦੇ ਵੀ ਅਸੀਂ ਪੁਰਖ ਦੇ ਵਿੱਚ ਵੱਸਦੀਆਂ ਅਤੇ ਪੁਰਖ ਸਾਡੇ ਵਿੱਚ ਵੱਸਦਾ। ਹੁਣ ਇਹ ਬੁੱਝੋ। ਹੁਣ ਗੁਰਬਾਣੀ ਗੁਰੂ ਦੁਆਰਾ ਫਿਰ ਆਪਾਂ ਨੂੰ ਇਹ ਬੁਝਾਇਆ ਹੋਇਆ, ਸਾਰਾ ਭੇਦ ਦਿੱਤਾ ਹੋਇਆ ਵੀ ਅਸੀਂ ਮਾਲਕ ਦੇ ਵਿੱਚ ਹੀ ਵੱਸਦੇ। ਇਹ ਜੋ ਖਾਲੀ ਖਲਾ ਧਰਤੀ ਤੋਂ ਅਸਮਾਨ ਤੱਕ ਆਪਾਂ ਦੇਖਦੇ ਹਾਂ, ਇਸ ਨੂੰ ਗੁਰਬਾਣੀ ਗੁਰੂ ਵਿੱਚ ਨਿਰਗੁਣ ਆਖੇ। ਹੌੜੇ ਖਾਲੀ ਖਲਾ ਨੂੰ ਹੀ ਗੁਰੂ ਨਾਨਕ ਦੇ ਘਰ ਨੇ ਸੱਚਖੰਡ ਦਾ ਨਾਮ ਦਿੱਤਾ। ਸੱਚਖੰਡ ਦੇ ਵਿੱਚ ਕੌਣ ਵੱਸਦਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਿਰੰਕਾਰ, ਵਾਹਿਗੁਰੂ ਪਰਮਾਤਮਾ। ਹੁਣ ਪਰਮਾਤਮਾ ਕੋਈ ਐਸੀ ਥਾਂ ਨਹੀਂ ਵੀ ਜਿੱਥੇ ਉਹ ਨਾ ਹੋਵੇ, ਉਹ ਹਰ ਥਾਂ 'ਤੇ ਮੌਜੂਦ। ਆਈਓ ਫਿਰ ਸਾਨੂੰ ਸਮਝਾਉਂਦੇ ਰੋਜ਼, ਫਰਮਾਉਂਦੇ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਬਈ ਮਾਲਕ ਸਾਡੇ ਸਾਹਮਣੇ ਹੀ ਅਤੇ ਸਾਨੂੰ ਸਭ ਨੂੰ ਦੇਖ ਰਿਹਾ ਅਤੇ ਸਾਨੂੰ ਸਵਾਸਾਂ ਦੀ ਗਰਾਹੀ ਦੇ ਕੇ ਜਿਉਂਦਾ ਰੱਖ ਰਿਹਾ। ਇਹ ਆਪਾਂ ਜੋ ਸਾਹਮਣੇ ਖਾਲੀ ਖਲਾ ਦੇਖਦੇ ਹਾਂ, ਇਹ ਨਿਰਗੁਣ ਦਾ ਖਜ਼ਾਨਾ ਹੈ ਅਤੇ ਇਹ ਨਿਰਗੁਣ ਦੇ ਵਿੱਚੋਂ ਸਾਨੂੰ ਸਵਾਸ ਦਿੱਤੇ ਜਾ ਰਹੇ। ਇੱਕ ਇੱਕ ਸਵਾਸ ਆਪਣੇ ਮੁੱਖ ਦੇ ਵਿੱਚ ਮਾਲਕ ਗਰਾਹੀ ਪਾਉਂਦਾ। ਜਿਵੇਂ ਬੱਚਾ ਛੋਟਾ ਹੁੰਦਾ, ਮਾਤਾ ਪਿਤਾ ਉਹਦੇ ਮੂੰਹ ਦੇ ਵਿੱਚ ਪਾਉਂਦੇ ਨੇ। ਹੁਣ ਇਸੇ ਤਰ੍ਹਾਂ ਹੀ ਆਪਾਂ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ। ਹੁਣ ਉਹ ਇੱਕ ਇੱਕ ਸਵਾਸ ਆਪਣੇ ਮੁੱਖ ਦੇ ਵਿੱਚ ਪਾਉਂਦਾ, ਆਪਣੇ ਮੁੱਖ ਦੇ ਵਿੱਚੋਂ ਕੱਢਦਾ ਅਤੇ ਆਪਣੇ ਮੁੱਖ ਦੇ ਵਿੱਚ ਪਾ ਦਿੰਦਾ। ਜਿਵੇਂ ਆਪਾਂ ਦੇਖਦੇ ਹਾਂ ਨਾ, ਕਈ ਵਾਰ ਮਾਤਾ ਪਿਤਾ ਦੇਖਦੇ ਵੀ ਜਦੋਂ ਬੱਚਾ ਛੋਟਾ ਹੈ ਵੀ ਉਹਨੂੰ ਕੁਝ ਖਵਾਉਣ ਪਿਆਉਣ ਲੱਗਦੇ, ਪਹਿਲਾਂ ਮਾਂ ਆਪ ਵੀ ਘੁੱਟ ਭਰ ਕੇ ਦੇਖ ਲੈਂਦੀ ਵੀ ਦੁੱਧ ਗਰਮ ਤਾਂ ਨਹੀਂ, ਪਹਿਲਾਂ ਉਹ ਆਪ ਦੇਖਦੀ, ਫਿਰ ਉਹਦੇ ਮੂੰਹ ਨੂੰ ਲਾ ਦਿੰਦੀ ਵੀ ਠੀਕ ਹੈ। ਇਹ ਇਸੇ ਤਰ੍ਹਾਂ ਹੀ ਕੋਈ ਚੀਜ਼ ਜਿਵੇਂ ਸਖਤ ਹੈ ਜਾਂ ਪ੍ਰਸ਼ਾਦਾ ਉਹ ਨਹੀਂ ਛਕ ਸਕਦਾ, ਉਹ ਪਹਿਲਾਂ ਛੋਟੀ ਜਿਹੀ ਬੁੜਕੀ ਪਾ ਕੇ ਆਪਦੇ ਮੂੰਹ ਦੇ ਵਿੱਚ ਥੋੜ੍ਹੀ ਜਿਹੀ ਚਿੱਥ ਕੇ ਫਿਰ ਉਹਦੇ ਮੂੰਹ ਦੇ ਵਿੱਚ ਪਾ ਦਿੰਦੀ। ਔਰ ਇਸੇ ਤਰ੍ਹਾਂ ਹੀ ਅਸੀਂ ਅਕਾਲ ਪੁਰਖ ਦੇ ਬੱਚੇ, ਉਹ ਆਪਦੇ ਮੁੱਖ ਦੇ ਵਿੱਚੋਂ ਕੱਢ ਕੇ ਸਾਡੇ ਮੁੱਖ ਦੇ ਵਿੱਚ ਸਵਾਸ ਪਾਉਂਦਾ। ਮਹਾਰਾਜ ਤਾਈਓ ਆਪਾਂ ਨੂੰ ਫਰਮਾਉਂਦੇ, ਆਪੇ ਕਰਤਾ ਕਰ ਕਰ ਵੇਖੇ ਦਿਨ ਦਾ ਸਾਸ ਗਿਰਾਹਾ ਹੈ। ਵੀ ਮਾਲਕ ਸਾਨੂੰ ਸਵਾਸਾਂ ਦੀ ਗਿਰਾਹੀ ਦੇ ਰਿਹਾ ਅਤੇ ਸਾਹਮਣੇ ਦੇਖ ਰਹੇ, ਸਾਡੇ ਮੁੱਖ ਦੇ ਵਿੱਚ ਪਾ ਰਿਹਾ। ਹੁਣ ਕਿੰਨਾ ਨੇੜੇ ਹੈ ਵੀ ਉਹ ਸਾਨੂੰ ਸਵਾਸ ਦੇ ਰਿਹਾ, ਇੱਕ ਇੱਕ ਸਵਾਸ ਸਾਡੇ ਮੁੱਖ ਦੇ ਵਿੱਚ ਪਾ ਰਿਹਾ, ਸਾਤੋਂ ਦੂਰ ਨਹੀਂ ਹੈ। ਤਾਈਓ ਜਿਨ੍ਹਾਂ ਨੇ ਦੇਖਿਆ, ਮਹਾਰਾਜ ਕਹਿੰਦੇ ਨੈਗੇਟਿਵ ਵਸੇ ਨਾਹੀਂ ਹਰ ਦੂਰੇ। ਬਈ ਮਾਲਕ ਸਾਡੇ ਨੇੜੇ ਵੱਸਦਾ, ਉਹ ਸਾਤੋਂ ਕੋਈ ਦੂਰ ਨਹੀਂ ਹੈ।
ਸਭ ਤੋਂ ਨੇੜੇ ਜੇ ਆਪਾਂ ਆਖੀਏ ਵੀ ਸਾਡੇ ਕੌਣ ਹੈ, ਤੇ ਸਭ ਤੋਂ ਨੇੜੇ ਸਾਡੇ ਰੱਬ ਹੈ, ਵਾਹਿਗੁਰੂ। ਇਹ ਜਿਹੜਾ ਹੱਥ ਹੈ, ਆਪਣਾ ਹੱਥ ਵੀ ਦੂਰ ਹੈ, ਉਹ ਹੱਥ ਤੋਂ ਵੀ ਨੇੜੇ ਹੈ ਸਾਡੇ। ਮਹਾਰਾਜ ਤਾਈਓ ਫਰਮਾਉਂਦੇ, ਕਹੋ ਰਵਿਦਾਸ ਹੱਥ ਪੈ ਨੇੜੇ, ਵੀ ਸਾਡੇ ਹੱਥਾਂ ਤੋਂ ਵੀ ਨੇੜੇ ਪਰਮਾਤਮਾ, ਹੱਥ ਵੀ ਦੂਰ ਹੈ ਆਪਣਾ। ਹੁਣ ਉਹ ਇੰਨਾ ਨੇੜੇ ਸਾਡੇ, ਤੇ ਜਦੋਂ ਸਾਨੂੰ ਨਹੀਂ ਭੇਦ ਹੁੰਦਾ, ਨਹੀਂ ਸੋਝੀ ਹੁੰਦੀ, ਫਿਰ ਅਸੀਂ ਸਮਝਦੇ ਹਾਂ ਵੀ ਰੱਬ ਪਤਾ ਨਹੀਂ ਕਿੱਡੀ ਕੁ ਦੂਰ ਵਸਤ, ਕਿੱਥੇ ਗਏ ਹੋ, ਵੀ ਸਾਡੀ ਪਤਾ ਨਹੀਂ ਸੁਣਦਾ ਕਿ ਨਹੀਂ ਸੁਣਦਾ, ਸਾਡੀ ਅਰਦਾਸ ਕਿਉਂ ਨਹੀਂ ਸੁਣਦਾ, ਸਾਡੀਆਂ ਬੇਨਤੀਆਂ ਕਿਉਂ ਨਹੀਂ ਸੁਣਦਾ, ਪਤਾ ਨਹੀਂ ਕਿੰਨਾ ਕੁ ਉੱਚਾ ਚੱਲਾ ਗਿਆ, ਕਿੱਥੇ ਕੁ ਵੱਸਦਾ, ਜਿੱਥੇ ਤੱਕ ਸਾਡੀ ਆਵਾਜ਼ ਹੀ ਨਹੀਂ ਪਹੁੰਚਦੀ ਉਹਦੇ ਤੱਕ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਉਹ ਸਾਡੇ ਸਭ ਤੋਂ ਨੇੜੇ। ਮਹਾਰਾਜ ਤਾਈਓ ਫਰਮਾਉਂਦੇ, ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ, ਭੇਖਤ ਸੁਣਤ ਸਦਾ ਹੈ ਸੰਗੀ, ਮੈਂ ਮੂਰਖ ਜਾਣਿਆ ਦੂਰੀ ਰੇ। ਬਈ ਜਦੋਂ ਦਾ ਸਾਡਾ ਮਨ ਮੂਰਖ ਬਣਿਆ ਹੁੰਦਾ, ਉਦੋਂ ਦਾ ਪਰਮਾਤਮਾ ਨੂੰ ਦੂਰ ਸਮਝਦਾ, ਤੇ ਜਦੋਂ ਭੇਦ ਖੁੱਲ੍ਹਦਾ ਵੀ ਉਹ ਤਾਂ ਸਦਾ ਹੀ ਸਾਡੇ ਸੰਗ ਹੈ, ਸਾਨੂੰ ਦੇਖਦਾ ਵੀ ਹੈ, ਸੁਣਦਾ ਵੀ ਹੈ, ਤੇ ਉਹ ਸਦਾ ਹੀ ਬੋਲਦਾ ਹੈ, ਉਹ ਚੁੱਪ ਹੁੰਦਾ ਹੀ ਨਹੀਂ, ਬੋਲੀ ਜਾ ਰਿਹਾ ਲਗਾਤਾਰ। ਹੁਣ ਤਾਈਓ ਮਨ ਨੂੰ ਕਹਿੰਦੇ ਵੀ ਤੂੰ ਇਹ ਨਾ ਸਮਝ ਵੀ ਰੱਬ ਦੂਰ ਹੈ, ਵੀ ਸਭ ਤੋਂ ਨੇੜੇ ਸਾਡੇ ਪਰਮਾਤਮਾ ਹੀ ਵੱਸਦਾ, ਉਹ ਸਦਾ ਹੀ ਸਾਨੂੰ ਦੇਖ ਰਿਹਾ, ਜੋ ਵੀ ਅਸੀਂ ਬੋਲਦੇ ਹਾਂ ਉਹ ਸਦਾ ਹੀ ਸਾਡੀ ਸੁਣਦਾ ਹੈ, ਇਹ ਆਪ ਵੀ ਉਹ ਸਦਾ ਹੀ ਬੋਲ ਰਹੇ ਹੈ। ਮਹਾਰਾਜ ਤਾਈਓ ਫਰਮਾਉਂਦੇ ਐ, ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਮਾਲਕ ਸਾਨੂੰ ਸਦਾ ਹੀ ਦੇਖਦਾ ਤੇ ਸਦਾ ਹੀ ਸੁਣਦਾ। ਜੋ ਵੀ ਆਪਾਂ ਮੁੱਖ ਦੇ ਵਿੱਚੋਂ ਇੱਕ ਵਾਰ ਸ਼ਬਦ ਕੱਢੀਏ, ਚਾਹੇ ਅਸੀਂ ਚੰਗਾ ਬੋਲੇ, ਚਾਹੇ ਅਸੀਂ ਮੰਦਾ ਬੋਲੇ, ਸਭ ਤੋਂ ਪਹਿਲਾਂ ਸਾਡੀ ਆਵਾਜ਼ ਪਰਮਾਤਮਾ ਨਹੀਂ ਸੁਣਦੀ, ਫਿਰ ਉਹ ਤੋਂ ਬਾਅਦ 'ਚੋਂ ਅਸੀਂ ਅੱਗੇ ਸੁਣਦੇ। ਜਿਵੇਂ ਹੁਣ ਆਪਾਂ ਬੋਲ ਰਹੇ ਹਾਂ, ਆਵਾਜ਼ ਜਿਹੜੀ ਹੈ ਖਾਲੀ ਖਲਾ 'ਚ ਜਾ ਰਹੀ, ਪਹਿਲਾਂ ਪਰਮਾਤਮਾ ਸੁਣੇਗਾ, ਉਹ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਸੁਣਾਂਗੇ ਅੱਗੇ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਜੋ ਵੀ ਅਸੀਂ ਬੋਲਦੇ ਹਾਂ, ਪਹਿਲਾਂ ਪਰਮਾਤਮਾ ਸੁਣਦਾ, ਫਿਰ ਉਹ ਤੋਂ ਬਾਅਦ 'ਚੋਂ ਅਸੀਂ ਸੁਣਦੇ ਹਾਂ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਐਸੇ ਬੋਲ ਨਾ ਬੋਲੋ, ਵੀ ਜਿਹੜੇ ਪਰਮਾਤਮਾ ਨੂੰ ਭਾਉਂਦੇ ਨਹੀਂ, ਉਹਨੂੰ ਚੰਗੀ ਨਹੀਂ ਲੱਗਦੀ। ਜਦੋਂ ਅਸੀਂ ਕਿਸੇ ਨੂੰ ਫਿੱਕੇ ਬੋਲ ਬੋਲਦੇ ਹਾਂ, ਮਾੜਾ ਬੋਲਦੇ ਹਾਂ, ਤੇ ਉਦੋਂ ਮਨ ਨੂੰ ਮੂਰਖ ਕਹਿੰਦੇ। ਮੂਰਖ ਤਾਂ ਕਹਿੰਦੇ ਵੀ ਇਹਨੂੰ ਪਤਾ ਨਹੀਂ ਵੀ ਰੱਬ ਸੁਣ ਰਿਹਾ, ਵੀ ਐਡਾ ਮੂਰਖ ਹੋਇਆ ਹੋਇਆ ਫਿੱਕੇ ਬੋਲ ਬੋਲੀ ਜਾ ਰਿਹਾ, ਇਹਨੂੰ ਇਹ ਨਹੀਂ ਪਤਾ ਵੀ ਇਹਦੀ ਮੈਨੂੰ ਸਜ਼ਾ ਮਿਲਣੀ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ ਵੀ ਉਹ ਬੋਲ ਬੋਲੋ ਜਿਹੜੀ ਬੋਲਣ ਦੇ ਨਾਲ ਸਾਡੇ ਮਨ ਦੀ ਇੱਜ਼ਤ ਪਾਤਰ ਰਵੇ, ਜਿਹੜਾ ਬੋਲਿਆ ਹੋਇਆ ਸਾਡਾ ਪ੍ਰਵਾਨ ਹੋ ਜੇ। ਜਿਹੜੇ ਤਾਂ ਫਿਰ ਗੁਰਮੁਖ ਬੋਲਦੇ ਉਹਨਾਂ ਦਾ ਬੋਲਿਆ ਪ੍ਰਵਾਨ, ਜਿਹੜੇ ਮਨਮੁਖ ਬੋਲਦੇ ਉਹ ਫਿੱਕੇ ਬੋਲ ਬੋਲਦੇ, ਉਹਦੀ ਉਹਨਾਂ ਨੂੰ ਸਜ਼ਾ ਮਿਲਦੀ। ਮਹਾਰਾਜ ਇਸ ਲਈ ਫਰਮਾਉਂਦੇ, ਜਿਤ ਬੋਲਿਆ ਪਤ ਪਾਈਏ, ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਗੂਚਣਾ, ਸੁਣ ਮੂਰਖ ਮਨ ਅਜਾਣ। ਬਈ ਜਿਹੜੇ ਤਾਂ ਮੂਰਖ ਨੇ ਉਹ ਫਿੱਕੇ ਬੋਲ ਬੋਲਦੇ, ਅਗਿਆਨਤਾ ਵੱਸ ਹੋ ਕੇ, ਉਹਨਾਂ ਨੂੰ ਪਤਾ ਨਹੀਂ ਵੀ ਪਰਮਾਤਮਾ ਸੁਣ ਰਿਹਾ। ਹੁਣ ਜਦੋਂ ਜੀਵ ਫਿੱਕਾ ਬੋਲਦਾ, ਉਹਦਾ ਮਨ ਵੀ ਫਿੱਕਾ, ਉਹਦਾ ਤਨ ਵੀ ਫਿੱਕਾ ਹੋ ਜਾਂਦਾ, ਉਹਦੀ ਉਹਨੂੰ ਸਜ਼ਾ ਮਿਲਦੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੀਏ ਫਿੱਕੋ ਫਿੱਕੀ ਸੋਏ, ਫਿੱਕਾ ਦਰਗੇ ਸਟੀਏ ਮੂੰਹ ਥੋਕਾਂ ਫਿੱਕੇ ਪਾਈ, ਫਿੱਕਾ ਮੂਰਖ ਆਖੀਏ ਪਾਣਾ ਲਈ ਸਜਾਏ। ਵੀ ਜਿਹੜੇ ਜੀ ਫਿੱਕਾ ਬੋਲਦੇ ਉਹਨਾਂ ਨੂੰ ਸਜ਼ਾ ਮਿਲਣੀ ਮਿਲਣੀ। ਹੁਣ ਤਾਂ ਸਾਨੂੰ ਕਹਿੰਦੇ ਵੀ ਉਹ ਬੋਲੋ ਵੀ ਜਿਹੜਾ ਬੋਲਿਆ ਹੋਇਆ ਸਾਡਾ ਪ੍ਰਵਾਨ ਹੋਵੇ,
ਇਹ ਉਹ ਬੋਲਣਾ ਫਿਰ ਕੀ ਹੈ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਮਾਲਕ ਦੀ ਸਿਫਤ ਸਲਾਹ ਵਡਿਆਈ ਕਰਦੇ ਹਾਂ। ਬਈ ਅਸੀਂ ਮੁੱਖ ਦੇ ਵਿੱਚੋਂ ਐਸਾ ਕੀ ਬੋਲੀਏ ਅਤੇ ਕੀ ਸੁਣੀਏ ਵੀ ਜਿਹਦਾ ਸੁਣਿਆ ਹੋਇਆ, ਜਿਹੜਾ ਸਾਡਾ ਬੋਲਿਆ ਹੋਇਆ, ਬਈ ਉਹ ਪ੍ਰਵਾਨ ਹੋ ਜੇ ਅਤੇ ਸਾਡਾ ਮਾਲਕ ਦੇ ਨਾਲ ਪਿਆਰ ਪੈ ਜੇ। ਮਹਾਰਾਜ ਤਾਈਓ ਫਰਮਾਉਂਦੇ, ਮੂੰਹੋਂ ਕੇ ਬੋਲਣ ਬੋਲੀਏ ਜੇ ਤੇ ਸੁਣ ਧਰੇ ਪਿਆਰ। ਬਈ ਇਹੋ ਜਿਹੇ ਕਿਹੜੇ ਬੋਲ ਬੋਲੀਏ ਮੁੱਖ 'ਚੋਂ ਅਤੇ ਕੀ ਸੁਣੀਏ ਜਿਹਦੇ ਨਾਲ ਸਾਡਾ ਪਿਆਰ ਮਾਲਕ ਦੇ ਨਾਲ ਪੈ ਜੇ। ਫਿਰ ਉਹ ਆਪਾਂ ਨੂੰ ਸਤਿਗੁਰੂ ਬੋਲਣਾ ਸਿਖਾਉਂਦੇ, ਬਈ ਮੁੱਖ ਦੁਆਰਾ ਤੁਸੀਂ ਮਾਲਕ ਦੇ ਗੁਣ ਗਾਓ। ਜਦੋਂ ਗੁਣ ਗਾਵਾਂਗੇ ਆਪਣੀ ਆਵਾਜ਼ ਨੂੰ ਆਪ ਹੀ ਧਿਆਨ ਦੇ ਨਾਲ ਸੁਣਾਂਗੇ, ਸਾਡੇ ਮਨ 'ਤੇ ਜਿਹੜੀ ਮੈਲ ਲੱਗੀ ਹੋਈ ਹੈ ਮੈਲ ਉਤਰ ਜੇਗੀ। ਇਉਂ ਮਹਾਰਾਜ ਫਰਮਾਉਂਦੇ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਵੀ ਬੋਲੋ, ਜਦੋਂ ਬੋਲਾਂਗੇ ਅਤੇ ਆਪਦੀ ਆਵਾਜ਼ ਨੂੰ ਸੁਣਾਂਗੇ ਅਤੇ ਸਾਡੇ ਮਨ ਦੀ ਮੈਲ ਉਤਰ ਜੇਗੀ। ਜਦੋਂ ਮਨ ਦੀ ਮੈਲ ਉਤਰੇਗੀ, ਮਨ ਨਿਰਮਲ ਹੋ ਜਾਏਗਾ, ਫਿਰ ਨਿਰਮਲ ਮਨ ਹੀ ਮਾਲਕ ਦੇ ਨਾਲ ਮਿਲਾਪ ਕਰ ਸਕਦਾ। ਕਿਉਂਕਿ ਪਰਮਾਤਮਾ ਆਪ ਨਿਰਮਲ ਹੈ, ਉਹਨੂੰ ਮੈਲ ਨਹੀਂ ਲੱਗਦੀ। ਅਤੇ ਜਿਹੜਾ ਮਨ ਨਿਰਮਲ ਹੋ ਗਿਆ ਉਹੀਓ ਮਿਲ ਸਕਦਾ। ਮੇਰਾ ਪ੍ਰਭ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ। ਬਈ ਮਨ ਜਦ ਤੱਕ ਹੁਣ ਨਿਰਮਲ ਨਹੀਂ ਹੁੰਦਾ ਉਹਨਾਂ ਸਮੇਂ ਘਰ ਨਹੀਂ ਜਾ ਸਕਦਾ। ਜੇ ਮਨ ਮੈਲਾ ਹੈ ਅਤੇ ਫਿਰ ਇਹ ਘਰ ਨਹੀਂ ਜਾਏਗਾ। ਘਰ ਉਹ ਮਨ ਨੇ ਬੈਠਣਾ ਜਿਹੜਾ ਮਨ ਨਿਰਮਲ ਹੋ ਗਿਆ, ਸ਼ੁੱਧ ਹੋ ਗਈ। ਹੁਣ ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ, ਨਾਲ ਨਾਲ ਗੁਰੂ ਦੀ ਮੱਤ ਗਿਆਨ ਦਿੰਦੇ ਮਨ ਨੂੰ, ਫਿਰ ਮਨ ਹੈ ਜਿਹੜਾ ਆਪਣਾ ਜਦੋਂ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਂਦਾ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਕੇ ਬੈਠ ਗਏ, ਫਿਰ ਅਸੀਂ ਸਮਝ ਲਓ ਵੀ ਸ਼ਰਨ 'ਚ ਬੈਠ ਗਏ। ਫਿਰ ਤਾਂ ਸੱਚ ਨੇ ਅਤੇ ਨਾਮ ਨੇ ਪ੍ਰਗਟ ਹੋਣਾ ਹੀ ਹੁੰਦਾ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਗਏ, ਫਿਰ ਤਾਂ ਸੱਚ ਨੇ ਪ੍ਰਗਟ ਹੋਣਾ ਹੀ ਹੋਣਾ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਗਏ, ਫਿਰ ਤਾਂ ਗੁਰੂ ਨੇ ਪ੍ਰਗਟ ਹੋਣਾ ਹੀ ਹੋਣਾ, ਸ਼ਬਦ ਨੇ। ਤਾਂਹੀਓ ਸਾਨੂੰ ਫਿਰ ਸਮਝਾਉਂਦੇ ਵੀ ਜਿਹੜੇ ਸ਼ਰਨ 'ਚ ਜਾਂਦੇ ਉਹਨਾਂ ਨੂੰ ਗਲ ਨਾਲ ਲਾ ਲੈਂਦੇ। ਹੁਣ ਸ਼ਰਨ ਦੇ ਵਿੱਚ ਕਿਵੇਂ ਜਾਈਏ, ਅਤੇ ਉਹਦੇ ਵਾਸਤੇ ਕਹਿੰਦੇ ਵੀ ਸਿਮਰਨ ਕਰੋ ਅਤੇ ਮਨ ਨੂੰ ਵਿਚਾਰਾਂ ਤੋਂ ਰਹਿਤ ਕਰੋ। ਜਦੋਂ ਵਿਚਾਰਾਂ ਤੋਂ ਰਹਿਤ ਹੋ ਗਏ, ਫਿਰ ਅਸੀਂ ਸ਼ਰਨ 'ਚ ਬੈਠ ਗਏ। ਤਾਂਹੀਓ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਸਦਾ ਸੁਖੀ ਹੋਣਾ ਚਾਹੁੰਦੇ ਹੋ, ਫਿਰ ਤੁਸੀਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਓ। ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀਲੇ। ਹੁਣ ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਸਾਨੂੰ ਸ਼ਰਨ ਦਾ ਹੀ ਨਹੀਂ ਪਤਾ ਵੀ ਸ਼ਰਨ ਕੀ ਹੈ ਅਤੇ ਕਿਹਨੇ ਸ਼ਰਨ 'ਚ ਬੈਠਣਾ ਜਾ ਕੇ। ਹੁਣ ਅਸੀਂ ਤਾਂ ਇਹੀ ਉਹ ਸਮਝਦੇ ਹਾਂ ਨਾ ਵੀ ਮੰਨ ਲਓ ਜੀਵ ਗੁਰੂ ਘਰ ਆਉਂਦਾ, ਉਹ ਸਮਝਦਾ ਵੀ ਮੈਂ ਸ਼ਰਨ 'ਚ ਆ ਗਿਆ। ਇੱਦਾਂ ਸ਼ਰਨ 'ਚ ਨਹੀਂ ਆਏ, ਸ਼ਰਨ 'ਚ ਸਾਡੇ ਮਨ ਨੇ ਹੁਣ ਜੇ ਅਸੀਂ ਗੁਰੂ ਘਰ ਮੰਨ ਲਓ ਆ ਵੀ ਗਏ, ਸਰੀਰ ਕਰਕੇ ਆ ਗਏ, ਸਾਡਾ ਮਨ ਤਾਂ ਬਾਹਰ ਭੱਜਿਆ ਫਿਰਦਾ, ਮਨ ਤਾਂ ਵਿਚਾਰਾਂ 'ਚ ਫਿਰਦਾ ਫੁਰਨਿਆਂ ਦੇ ਵਿੱਚ। ਅਤੇ ਜਿਹਨੇ ਸ਼ਰਨ 'ਚ ਆਉਣਾ ਸੀ ਉਹ ਤਾਂ ਆਇਆ ਹੀ ਨਹੀਂ, ਉਹ ਤਾਂ ਬਾਹਰ ਹੀ ਭੱਜਿਆ ਫਿਰਦਾ। ਸ਼ਰਨ ਦੇ ਵਿੱਚ ਸਾਡੇ ਮਨ ਨੇ ਬੈਠਣਾ, ਕਿਉਂਕਿ ਮਨ ਨੂੰ ਹੀ ਤਾਂ ਸਾਰਾ ਉਪਦੇਸ਼ ਦਿੱਤਾ ਜਾ ਰਿਹਾ। ਤਾਂਹੀਓ ਮਨ ਨੂੰ ਕਹਿੰਦੇ ਨਾ ਵੀ ਤੂੰ ਘਰ ਆ। ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਵੀ ਘਰ ਆਵੋ, ਤੁਸੀਂ ਪਰਦੇਸ ਗਏ। ਹੁਣ ਇੱਧਰ ਪਰਦੇਸ ਦੇ ਵਿੱਚ ਜਿਹੜਾ ਖੇਲ ਚੱਲਦਾ ਉਹ ਵਿਚਾਰਾਂ ਦਾ ਸਰ। ਇਹ ਵਿਚਾਰ ਸਾਨੂੰ ਘਰ ਨੂੰ ਵਾਪਸ ਨਹੀਂ ਜਾਣ ਦਿੰਦੇ। ਇਹ ਵਿਚਾਰ ਹੀ ਸਾਡੇ ਮਨ ਦੇ ਬੰਧਨ ਬਣ ਜਾਂਦੇ। ਇਹ ਵਿਚਾਰਾਂ ਦੇ ਵਿੱਚ ਹੀ ਦੁੱਖ ਸੁੱਖ ਸ਼ੁਰੂ ਹੋ ਜਾਂਦਾ। ਵਿਚਾਰਾਂ ਦੇ ਵਿੱਚ ਹੀ ਪਾਪ ਪੁੰਨ ਨੇ। ਵਿਚਾਰਾਂ ਦੇ ਸਾਰੇ ਸੰਸਾਰ ਦੇ ਰਿਸ਼ਤੇ ਨਾਤੇ ਨੇ। ਇੱਧਰ ਸਾਰਾ ਹੀ ਖੇਲ ਜਿਹੜਾ ਇਹ ਵਿਚਾਰਾਂ ਦਾ ਚੱਲਦਾ। ਇਹ ਵਿਚਾਰਾਂ ਦੀ ਨਗਰੀ ਹੈ, ਵਿਚਾਰਾਂ ਦਾ ਦੇਸ਼, ਪਰਦੇਸ, ਕਾਲ ਦਾ ਦੇਸ਼, ਬਗਾਨਾ ਦੇਸ਼।
ਹੁਣ ਇੱਧਰ ਸਾਰਾ ਇਹ ਵਿਚਾਰਾਂ ਦਾ ਖੇਲ ਚੱਲਦਾ, ਅਤੇ ਜੇ ਅਸੀਂ ਇਹ ਵਿਚਾਰਾਂ ਨੂੰ ਨਹੀਂ ਬੰਦ ਕਰਾਂਗੇ ਫਿਰ ਅਸੀਂ ਵਿਚਾਰਾਂ ਦੇ ਵਿੱਚ ਅੱਗੇ ਦੀ ਅੱਗੇ ਤੁਰੇ ਜਾਵਾਂਗੇ। ਵਿਚਾਰਾਂ ਦਾ ਸਾਡਾ ਟਕਰਾਅ ਹੋ ਜਾਏਗਾ ਇੱਕ ਦੂਸਰੇ ਨਾਲ। ਫਿਰ ਜਦੋਂ ਅਸੀਂ ਇਹ ਵਿਚਾਰਾਂ ਦੇ ਖੇਲ ਨੂੰ ਨਹੀਂ ਸਮਝਦੇ, ਸਾਡਾ ਵਿਚਾਰਾਂ ਦਾ ਆਪਸ ਵਿੱਚ ਟਕਰਾਅ ਹੋ ਜਾਂਦਾ, ਫਿਰ ਸਾਡੇ ਮਨ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਫਿਰ ਸਾਡੇ ਅੰਦਰ ਦੁਬਦਾ, ਵੈਰ ਵਿਰੋਧ, ਫਿਰ ਇਹ ਸਾਰਾ ਵਿਚਾਰਾਂ ਤੋਂ ਹੀ ਖੇਲ ਅੱਗੇ ਚੱਲਦਾ। ਫਿਰ ਜਿਹਦੇ ਨਾਲ ਤਾਂ ਜੀਵ ਦੇ ਵਿਚਾਰ ਨਹੀਂ ਮਿਲਦੇ, ਉਹਦੀ ਉਸ ਸੰਸਾਰ 'ਚ ਨਿੰਦਿਆ ਸ਼ੁਰੂ ਕਰ ਦਿੰਦਾ, ਬੜਾ ਮਾੜਾ ਬੰਦਾ। ਜਿਹਦੇ ਨਾਲ ਵਿਚਾਰ ਮਿਲਦੇ, ਉਹਦੀ ਉਸਤਤ ਕਰਨੀ ਸ਼ੁਰੂ ਕਰ ਦਿੰਦਾ, ਬੜਾ ਚੰਗਾ ਬੰਦਾ। ਹੁਣ ਇਹ ਦੋਵੇਂ ਹੀ ਸਾਨੂੰ ਸਜ਼ਾ ਦਿਵਾਉਂਦੀ ਹੈ। ਜਿਹੜੀ ਅਸੀਂ ਕਿਸੇ ਦੀ ਨਿੰਦਿਆ ਕਰਦੇ, ਨਿੰਦਾ ਕਿਸੇ ਦੀ ਵੀ ਨਹੀਂ ਚੰਗੀ, ਸਭ ਦੀ ਮਾੜੀ। ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਵੀ ਮਨਮੁਖ ਨੇ ਜਿਹੜੇ ਮੂਰਖ ਨੇ ਉਹ ਕਰਦੇ ਨੇ। ਅਤੇ ਜਿਹੜੀ ਉਸਤਤ ਅਸੀਂ ਪਰਮਾਤਮਾ ਦੀ ਕਰਨੀ, ਵਾਹਿਗੁਰੂ ਦੀ ਕਰਨੀ, ਕਿਸੇ ਸਰੀਰ ਦੀ ਨਹੀਂ ਕਰਨੀ, ਕਿਉਂਕਿ ਸਰੀਰ ਮਾਇਆ, ਸਰੀਰ ਮਿਥਿਆ ਹੋਇਆ, ਸਰੀਰ ਨਾਸਵਾਨ ਹੈ, ਸਰੀਰ ਕੂੜ ਹੈ। ਹੁਣ ਉਸਤਤ ਉਹਦੀ ਕਰਨੀ ਜਿਹੜਾ ਉਸਤਤ ਯੋਗ ਹੈ ਪਰਮਾਤਮਾ, ਕਿਉਂਕਿ ਜਿਹਦੇ ਵਿੱਚ ਇੰਨੇ ਗੁਣ ਨੇ, ਜੇ ਅਸੀਂ ਉਹਦੇ ਗੁਣਾਂ ਦਾ ਬਿਆਨ ਕਰਨ ਲੱਗੀਏ ਤਾਂ ਉਹ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਜੇ ਉਹਦੇ ਗੁਣ ਅਸੀਂ ਲਿਖਣ ਲੱਗੀਏ ਅਤੇ ਉਹਦੇ ਗੁਣ ਲਿਖੇ ਨਹੀਂ ਜਾ ਸਕਦੇ, ਚਾਹੇ ਅਸੀਂ ਸਾਰੀ ਉਮਰ ਲੱਗੇ ਰਹੀਏ। ਮਹਾਰਾਜ ਤਾਂਹੀਓ ਸਾਨੂੰ ਸਮਝਾਉਂਦੇ ਵੀ ਜਿੰਨਾ ਸਮੁੰਦਰਾਂ ਦੇ ਵਿੱਚ ਪਾਣੀ, ਜੇ ਉਹਦੀ ਸ਼ਾਹੀ ਬਣਾ ਲਈ ਜਾਵੇ, ਅਤੇ ਜਿੰਨੀ ਬਨਸਪਤੀ ਹੈ ਉਹ ਸਾਰੀ ਬਨਸਪਤੀ ਦੀ ਕਲਮ ਬਣਾ ਲਈ ਜਾਵੇ, ਜਿੰਨੀ ਧਰਤੀ ਹੈ ਬਸੁੱਧਾ, ਇਹਦਾ ਕਾਗਜ਼ ਬਣਾ ਕੇ ਜੇ ਅਸੀਂ ਮਾਲਕ ਦੇ ਗੁਣ ਲਿਖਣ ਲੱਗੀਏ, ਅਤੇ ਫਿਰ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਉਸਤਤ ਫਿਰ ਉਹਦੀ ਕਰਨੀ, ਮਾਲਕ ਦੀ, ਵੀ ਜਿਹੜਾ ਉਸਤਤ ਯੋਗ ਆ। ਤਾਂਹੀਓ ਸਾਨੂੰ ਮਹਾਰਾਜ ਕਹਿੰਦੇ, ਕਬੀਰ ਸੱਤ ਸਮੁੰਦਰ ਮਸ ਕਰੋ, ਕਲਮ ਕਰੋ ਬਨ ਰਾਏ, ਬਸੁੱਧਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਵੀ ਜੇ ਅਸੀਂ ਇੰਨਾ ਵੀ ਕਰੀਏ ਤਾਂ ਫਿਰ ਵੀ ਅਸੀਂ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਉਸਤਤ ਮਾਲਕ ਦੀ ਕਰੋ, ਵੀ ਜਿਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੇ ਵਿੱਚ ਇੰਨੇ ਗੁਣ ਨੇ, ਵੀ ਤੁਸੀਂ ਉਸਤਤ ਕਰਨੀ ਹੈ ਅਤੇ ਉਹਦੀ ਕਰੋ। ਫਿਰ ਪਰਮਾਤਮਾ ਦੀ ਉਸਤਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਹਾਰ। ਵੀ ਇੱਦਾਂ ਦਾ ਵਿਹਾਰ ਬਣਾ ਆਪਦਾ, ਇੱਦਾਂ ਦਾ ਸੁਭਾਅ ਬਣਾ ਬਈ ਮਾਲਕ ਦੇ ਗੁਣ ਜਿਹੜੇ ਉਹ ਸਦਾ ਹੀ ਗਾਉਂਦਾ ਰਹੇ। ਹੁਣ ਇਸ ਵਾਸਤੇ ਫਿਰ ਸਮਝਾਉਂਦੇ ਵੀ ਸੰਸਾਰ ਦੇ ਵਿੱਚ ਬਈ ਜਦੋਂ ਜੀਵ ਦਾ ਵਿਚਾਰਾਂ ਦਾ ਟਕਰਾਅ ਹੁੰਦਾ, ਫਿਰ ਉਹ ਕੀ ਕਰਦਾ ਵੀ ਉਹਦੀ ਨਿੰਦਿਆ ਕਰਦਾ, ਜਿਹਦੇ ਨਾਲ ਮਿਲਦੇ ਉਹਦੀ ਉਸਤਤ ਕਰਦਾ। ਇਹ ਦੋਵੇਂ ਝੂਠ ਨੇ। ਸਾਨੂੰ ਤਾਂਹੀਓ ਸਮਝਾਉਂਦੇ ਵੀ ਅਸੀਂ ਇਹ ਦੋਵੇਂ ਹੀ ਛੱਡਣੇ, ਉਸਤਤ ਨਿੰਦਾ ਦੋ ਤੇ ਆਗੇ, ਖੋਜੇ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਮਹਾਰਾਜ ਕਹਿੰਦੇ ਵੀ ਅਸੀਂ ਇਹ ਦੋਵੇਂ ਛੱਡਣੀਆਂ ਸੰਸਾਰ ਦੀਆਂ। ਇਹ ਨਹੀਂ ਵੀ ਆਪਾਂ ਆਖੀਏ ਵੀ ਅਸੀਂ ਨਿੰਦਿਆ ਨਹੀਂ ਕਰਨੀ ਜੀ, ਨਿੰਦਿਆ ਤਾਂ ਛੱਡਣੀ ਛੱਡਣੀ, ਅਸੀਂ ਉਸਤਤ ਵੀ ਛੱਡਣੀ ਜਿਹੜੀ ਮਾਇਆ ਦੀ ਕਰਦੇ ਹਾਂ। ਜਿਹੜਾ ਅਸੀਂ ਇਹ ਮਾਇਆ ਦੇ ਸੋਹਲੇ ਗਾਉਂਦੇ ਹਾਂ, ਇਹਦੀਆਂ ਵਡਿਆਈਆਂ ਕਰਦੇ ਵੀ ਝੂਠਾ ਹੈ, ਕਿਉਂਕਿ ਇਹ ਜਿਹੜੇ ਮਾਇਆ ਇਹ ਨਾਸਵਾਨ ਮਿਥਿਆ ਹੋਏ। ਮਹਾਰਾਜ ਤਾਂਹੀਓ ਫਿਰ ਸਾਨੂੰ ਸਮਝਾਉਂਦੇ ਵੀ ਉਸਤਤ ਕਰਨੀ ਤੇ ਪਰਮਾਤਮਾ ਦੀ ਕਰ। ਵੀ ਜਿਹੜਾ ਆਪ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ, ਤੁਸੀਂ ਉਹਦੀ ਉਸਤਤ, ਉਹਦੇ ਗੁਣ ਗਾਵੋ, ਉਹਦਾ ਸਿਮਰਨ ਕਰੋ। ਅਤੇ ਦੂਜੇ ਦੇ ਕੀ ਗੁਣ ਗਾਉਣੇ ਜਿਹੜਾ ਆਪ ਹੀ ਜੰਮਣ ਮਰਨ ਦੇ ਵਿੱਚ, ਉਹਦੇ ਗੁਣ ਕਾਹਦੇ ਲਈ ਗਾਉਣੇ। ਤਾਂਹੀਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਇੱਕ ਮਾਲਕ ਦਾ ਸਿਮਰਨ ਕਰਨਾ, ਪਰਮਾਤਮਾ ਦਾ। ਜਦੋਂ ਉਹਦਾ ਸਿਮਰਨ ਕਰਾਂਗੇ
ਫਿਰ ਅਸੀਂ ਉਹਦੇ ਨਾਲ ਮਿਲ ਸਕਦੇ ਹਾਂ ਅਤੇ ਉਹਦਾ ਰੂਪ ਹੋ ਸਕਦੇ। ਕਿਉਂਕਿ ਜਦੋਂ ਅਸੀਂ ਫਿਰ ਜੋ ਸਾਨੂੰ ਸਤਿਗੁਰੂ ਬਚਨ ਕਹਿ ਰਹੇ, ਜਦੋਂ ਇਹਨਾਂ ਬਚਨਾਂ ਦੀ ਧੂੜੀ ਅਸੀਂ ਆਪਦੇ ਮਨ ਦੇ ਉੱਤੇ ਲਾਵਾਂਗੇ, ਇਹਨਾਂ ਬਚਨਾਂ ਨੂੰ ਸਤ ਕਰਕੇ ਮੰਨਾਂਗੇ, ਕਮਾਵਾਂਗੇ, ਫਿਰ ਅਸੀਂ ਇਹ ਕੂੜ ਤੋਂ ਉੱਪਰ ਉੱਠਾਂਗੇ। ਤਾਂਹੀਓ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਸਤਿਗੁਰ ਭਗ ਧੂਰ ਜਿਨ੍ਹਾਂ ਮੁਖ ਲਾਈ, ਤਿੰਨ ਕੂੜ ਤਿਆਗੇ ਹਰ ਲਿਵ ਲਾਈ। ਵੀ ਉਹਨਾਂ ਨੇ ਫਿਰ ਇਹ ਸੰਸਾਰ ਦੀ ਉਸਤਤ ਨਿੰਦਿਆ, ਇਹ ਸਾਰੇ ਕੂੜ ਨੂੰ ਛੱਡ ਕੇ ਉਹਨਾਂ ਨੇ ਪਰਮਾਤਮਾ ਨਾਲ ਲਿਵ ਲਾ ਲਈ। ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੀ ਧੂੜ ਆਪਣੇ ਮੁਖ 'ਤੇ ਲਾਈ। ਧੂੜੀ ਕੀ ਵੀ ਜਦੋਂ ਅਸੀਂ ਗੁਰੂਆਂ ਦੇ ਬਚਨ ਮੰਨਾਂਗੇ, ਕਮਾਵਾਂਗੇ, ਇਹਨਾਂ ਦੀ ਧੂੜੀ ਸਾਡੇ ਮਨ ਦੇ ਮੁਖ 'ਤੇ ਪਏਗੀ ਅਤੇ ਸਾਡਾ ਮੁਖ ਉਜਲ ਹੋ ਜਾਏਗਾ। ਇਉਂ ਮਹਾਰਾਜ ਕਹਿੰਦੇ ਤੇ ਹਰ ਦਰਗਾਹ ਮੁਖ ਉਜਲ ਭਾਈ, ਵੀ ਉਹਨਾਂ ਦੇ ਦਰਗਾਹ ਦੇ ਵਿੱਚ ਮੁਖ ਉਜਲ ਹੋ ਗਈ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਦੀ ਧੂੜੀ ਆਪਣੇ ਮਨ ਦੇ ਉੱਤੇ ਲਾਈ। ਹੁਣ ਕਿਵੇਂ ਅਸੀਂ ਉਹ ਧੂੜੀ ਨੂੰ ਲਾਉਣਾ? ਉਹਦੇ ਵਾਸਤੇ ਜੋ ਸਾਨੂੰ ਬਚਨ ਕਹਿ ਰਹੇ ਵੀ ਸਿਮਰਨ ਕਰੋ। ਜਦੋਂ ਅਸੀਂ ਸਤਿਗੁਰਾਂ ਦੇ ਦੱਸੇ ਮੁਤਾਬਕ ਸਿਮਰਨ ਕਰਾਂਗੇ, ਸਾਡੇ ਮਨ ਦੇ ਉੱਤੇ ਫਿਰ ਸਤਿਗੁਰਾਂ ਦੇ ਬਚਨਾਂ ਦੀ ਜਿਹੜੀ ਧੂੜੀ ਉਹ ਪਏਗੀ ਅਤੇ ਸਾਡਾ ਮਨ ਸ਼ੁੱਧ ਹੋਏਗਾ। ਆਓ ਜੋ ਸਾਨੂੰ ਸਤਿਗੁਰੂ ਸਾਸ ਗਿਰਾ ਸਿਮਰਨ ਅਭਿਆਸ ਦੱਸ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਇਹ ਸਿਮਰਨ ਕਰਨ ਦੇ ਨਾਲ ਸਾਡੇ ਮਨ ਦਾ ਇਸ਼ਨਾਨ ਹੁੰਦਾ ਅਤੇ ਸਾਡਾ ਮਨ ਧੋਤਾ ਜਾਂਦਾ। ਮਹਾਰਾਜ ਫਰਮਾਉਂਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਇੱਕ ਤਾਂ ਸਿਮਰਨ ਕਰਕੇ ਸਾਡਾ ਮਨ ਧੋਤਾ ਜਾਂਦਾ ਅਤੇ ਇੱਕ ਆਪਾਂ ਇਹ ਜਿਹੜੀ ਸ਼ਬਦ ਦੀ ਵਿਚਾਰ ਕਰਦੀ। ਜਦੋਂ ਇੱਕ ਜਣਾ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ, ਜੋ ਸਾਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨ ਭਗਤ ਸੰਤ ਸਾਧੂ ਜਨ ਭੇਜਦੇ ਰਹੇ, ਹੁਣ ਜਦੋਂ ਆਪਾਂ ਇਹ ਵਿਚਾਰ ਕਰਦੇ ਹਾਂ, ਇੱਕ ਜਣਾ ਕਰਦਾ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਇਹ ਬਚਨਾਂ ਦੀ ਧੂੜੀ ਸਾਡੇ ਮਨ 'ਤੇ ਪੈਂਦੀ ਅਤੇ ਇਹਦੇ ਨਾਲ ਸਾਡਾ ਮਨ ਧੋਤਾ ਜਾਂਦਾ। ਮਹਾਰਾਜ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਜਦੋਂ ਸ਼ਬਦ ਦੀ ਵਿਚਾਰ ਕਰਾਂਗੇ ਸੁਣਾਂਗੇ, ਇਹਦੇ ਨਾਲ ਸਾਡਾ ਮਨ ਅਤੇ ਮਨ ਦਾ ਜਿਹੜਾ ਸੂਖਮ ਤਨ ਹੈ ਉਹ ਧੋਤਾ ਜਾਂਦਾ। ਹੁਣ ਇਸੇ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਗੁਰੂ ਦੇ ਬਚਨਾਂ ਦੀ ਧੂੜੀ, ਗੁਰਬਾਣੀ ਗੁਰੂ ਦੀ ਧੂੜੀ ਜਦੋਂ ਅਸੀਂ ਲਵਾਂਗੇ, ਇਹਦੇ ਨਾਲ ਸਾਡਾ ਮਨ ਧੋਤਾ ਜਾਣਾ। ਫਿਰ ਅਸੀਂ ਜਦੋਂ ਹੋਰ ਸਹਿਜ 'ਚ ਚਲੇ ਗਏ, ਜੋ ਸਾਡੇ ਅੰਦਰ ਨਾਮ ਹੈ, ਪਰਮਾਤਮਾ ਦੇ ਮੁਖ ਦੀ ਆਵਾਜ਼, ਪਰਮਾਤਮਾ ਦੇ ਚਰਨ, ਫਿਰ ਅਸੀਂ ਉਹਨੂੰ ਸੁਣਾਂਗੇ। ਫਿਰ ਉਹਨੂੰ ਸੁਣ ਕੇ ਸਾਡਾ ਮਨ ਫਿਰ ਪੂਰਾ ਨਿਰਮਲ ਹੋ ਜਾਂਦਾ। ਫਿਰ ਇਹਦੀ ਜਨਮਾਂ ਜਨਮਾਂ ਦੀ ਮੈਲ ਲੈ ਜਾਂਦੀ, ਫਿਰ ਧੋਤਾ ਜਾਂਦਾ, ਸ਼ੁੱਧ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਸਤਿਗੁਰਾਂ ਦੇ ਜਿਹੜਾ ਚਰਨਾਂ ਦੀ ਧੂੜੀ ਹੈ, ਉਹ ਧੂੜੀ ਹੁੰਦੀ ਬਚਨ। ਜਿਵੇਂ ਸੰਤਾਂ ਦੇ ਬਚਨ ਉਹਨਾਂ ਦੀ ਧੂੜੀ, ਗੁਰੂਆਂ ਦੇ ਬਚਨ ਉਹਨਾਂ ਦੀ ਧੂੜੀ, ਸਤਿਗੁਰ ਦੇ ਬਚਨ ਉਹਨਾਂ ਦੀ ਧੂੜੀ, ਪਰਮਾਤਮਾ ਦੇ ਬਚਨ ਪਰਮਾਤਮਾ ਦੀ ਧੂੜੀ, ਪਰਮਾਤਮਾ ਦੇ ਬਚਨ ਨਾਮ, ਉਹਨਾਂ ਦੇ ਮੁਖ ਦੀ ਆਵਾਜ਼, ਉਹਨੂੰ ਧੂੜੀ ਕਹਿੰਦੇ। ਜਦੋਂ ਫਿਰ ਅਸੀਂ ਨਾਮ ਦੇ ਨਾਲ ਜੁੜ ਜਾਂਦੇ। ਹੁਣ ਇਸ ਵਾਸਤੇ ਆਪਾਂ ਕੋਸ਼ਿਸ਼ ਕਰਨੀ, ਨਾਮ ਤੱਕ ਸੱਚ ਤੱਕ ਪਹੁੰਚਣ ਵਾਸਤੇ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹਨਾ, ਵਿਚਾਰਨਾ, ਸੁਣਨਾ, ਤਾਂ ਕਿ ਸਾਡਾ ਮਨ ਧੋਤਾ ਜਾਵੇ, ਸ਼ੁੱਧ ਹੋਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ ਵੀ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ, ਕਿਵੇਂ ਅਸੀਂ ਮਾਲਕ ਨਾਲ ਮਿਲਾਪ ਕਰਨਾ, ਜਿਉਂਦੇ ਜੀ ਆਪਣੇ ਘਰ 'ਚ ਆਉਣ ਜਾਣ ਬਣਾਉਣਾ। ਇਹ ਆਪਾਂ ਨੂੰ ਗੁਰਮੁਖ ਪਿਆਰੇ ਨੇ ਬੜਾ ਸੌਖਾ ਕਰਕੇ ਭੇਦ ਦਿੱਤਾ, ਅਤੇ ਆਪਾਂ ਵੀ ਇਹ ਭੇਦ ਲੈ ਕੇ, ਸੋਝੀ ਲੈ ਕੇ ਆਪਣੇ ਘਰ 'ਚ ਆਉਣ ਜਾਣ ਬਣਾ ਸਕਦੇ ਅਤੇ ਸਦਾ ਲਈ ਜੀਵਨ ਮੁਕਤ ਹੋ ਸਕਦੀ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।